हेलो एवरीवन, वेलकम टू सीबीसी अकेडमी अबोर। मैं हाँ अरुण तनेजा। अज आप कंटिन्यू करांगे आप जोग्राफी के बेस्ट MCQs फॉर PCS 2020 एंड अदर अपने ਜਿਹੜੇ स्टेट के एग्जाम होंगे पंजाब के सारे वास्ते। सो आप पहला वन पार्ट कर लिया सीगा, उन्होंने जाके जरूर वेखो। वो जोड़े कंसैप्ट है बहुत ही इंपॉर्टेंट कंसैप्ट करवाए है। आप लिमिटेड जो क्वेश्चन करांगे जोग्राफी के, पर जो रेलेवेंट होंगे अपने एग्जाम लिए आप उही करांगे। फॉर्मेट थोड़ा पता है, क्वेश्चन के नाल जिन्ने सारे कंसैप्ट बनते वो सारे करवाए जाएंगे थोनों। सो आप स्टार्ट करते हैं। सो नैक्सट आप दसांगे थोनों सोर्स ऑफ द टॉपिक की है। तुसी आप खुद भी जाके देख सकते हो जिन्ने भी आप हुण क्वेश्चनस करांगे वो किसी ना किसी PCS ਦੇ ਵਿੱਚ आए हुए हैं, जिमें कि प्रीवियस ईयर पेपर ऑफ द UPSC, UP PCS, बिहार PCS, MP PCS एंड अदर स्टेट PCS, जिमें कि झारखंड या महाराष्ट्र PCS। जिन्ने भी इन्हां पेपर ਦੇ ਵਿੱਚ क्वेश्चन आए हुए हैं जोग्राफी के, ਜਿਹੜੇ ਵਾਰ-ਵਾਰ ਰਿਪੀਟ ਹੋਏ ਹੋਏ ਆ ਆਪਾਂ ਉਹੀ ਕਰਾਂਗੇ, ਜਿਹੜੇ ਆਪਣੇ ਲਈ ਰੈਲੇਵੈਂਟ ਹੈਗੇ ਆਪਾਂ ਉਹੀ ਕੁਐਸਚਨਸ ਕਰਾਂਗੇ। ਸੋ ਆਪਾਂ ਸਟਾਰਟ ਕਰਦੇ ਆਪਣਾ ਅੱਜ ਦਾ ਟੌਪਿਕ। ਸੋ ਆਪਣਾ ਪਹਿਲਾ ਕੁਐਸਚਨ ਹੈਗਾ ਵਿਚ ਵਨ ਆਫ ਦਾ ਫੋਲੋਇੰਗ ਰਿਵਰਸ ਓਰੀਜਿਨੇਟ ਐਟ ਦਾ ਅਮਰਕਾਂਤਕਾ। ਜਿਹੜਾ ਆਪਣਾ ਅਮਰਕਾਂਤਕਾ ਪਲੇਚੂ ਹੈਗਾ ਉੱਥੋਂ ਕਿਹੜੀ ਰਿਵਰ ਓਰੀਜਿਨੇਟ ਹੁੰਦੀ ਹੈ? ਆਪਾਂ ਨੂੰ ਚਾਰ ਆਪਸ਼ਨ ਦਿੱਤੇ ਹੋਏ ਆ, ਦਮੋਦਰ, ਮਹਾਨਦੀ, ਨਰਮਦਾ ਐਂਡ ਤਾਪੀ। ਸੋ ਜਿਹੜੀ ਨਰਮਦਾ ਰਿਵਰ ਹੈਗੀ ਹੈ ਉਹ ਅਮਰਕਾਂਤਕਾ ਪਲੇਚੂ ਤੋਂ ਓਰੀਜਿਨੇਟ ਹੁੰਦੀ ਹੈ। ਸੋ ਅਮਰਕਾਂਤਕਾ ਜਿਹੜਾ ਪਲੇਚੂ ਹੈਗਾ ਉਹ ਕਿੱਥੇ ਹੈਗਾ? ਉਹ ਮੱਧ ਪ੍ਰਦੇਸ਼ ਦੇ ਵਿੱਚ ਹੈਗਾ। सो उत्थों एक होर भी रिवर हैगी है जो ओरिजिनेट होंदी है, उसका नाम है सोन रिवर, जी कि गंगा की ट्रिब्यूटरी हैगी है। सो ये सारी गल्लां आपां ध्यान दे विच रखनी है। जी नर्मदा रिवर हैगी है वो वैस्ट फ्लोइंग रिवर हैगी है तो अरेबियन सी विच जाके मिल जाती होंदी है तो रिफ्ट वैली फॉर्म करती होंदी है। दो ही रिवर इंडिया दे विच हैगियां जिहड़ियां रिफ्ट वैली नूं फॉर्म करदियां, एक नर्मदा ते तापी। ये दोनों ही वैस्ट फ्लोइंग रिवर हैगियां, मेजर वैस्ट फ्लोइंग रिवर्स हैगियां दो, नर्मदा ते तापी। ਜਿਹੜਾ ਤਾਪੀ ਦਾ ਹੈਗਾ ਉਹ ਹੈਗੀ ਹੈ ਬੇਤੁਲ ਲੇਕ, ਜਿਹੜੀ ਕੀ ਹੈਗੀ ਹੈ ਆਪਾਂ ਪੜ੍ਹ ਵੀ ਸਕਦੇ ਹਾਂ। ਲਾਸਟ ਲਾਈਨ ਦੇ ਵਿੱਚ ਲਿਖਿਆ ਹੋਇਆ, ਥੋੜਾ ਜਿਹਾ ਡਲ ਹੈਗਾ। ਇਟ ਓਰੀਜਿਨੇਟ ਇਨ ਦਾ ਬੇਤੁਲ ਡਿਸਟ੍ਰਿਕਟ ਆਫ ਦਾ ਮੱਧ ਪ੍ਰਦੇਸ਼। ਇੱਕ ਬੇਤੁਲ ਲੇਕ ਹੈਗੀ ਉੱਥੋਂ ਓਰੀਜਿਨੇਟ ਹੁੰਦੀ ਹੈ ਜਿਹੜੀ ਆਪਣੀ ਤਾਪੀ ਰਿਵਰ ਹੈਗੀ ਹੈ। ਹਾਂਜੀ, ਨੈਕਸਟ ਆਪਾਂ ਪੜ੍ਹਦੇ ਹਾਂ ਮਹਾਨਦੀ ਰਿਵਰ ਬਾਰੇ, ਜਿਹੜੀ ਕਿ ਓਰੀਜਿਨੇਟ ਹੁੰਦੀ ਹੈ ਛੱਤੀਸਗੜ੍ਹ ਦੇ ਵਿੱਚੋਂ। ਛੱਤੀਸਗੜ੍ਹ ਚੋਂ ਕਿੱਥੇ? ਦੰਦਕਰਨਿਆ ਪਲੇਚੂ ਦੇ ਵਿੱਚੋਂ। ਮਹਾਨਦੀ ਦੇ ਉੱਤੇ ਇੱਕ ਬਹੁਤ ਹੀ ਮੇਜਰ ਡੈਮ ਹੈਗਾ ਹੀਰਾਕੁੰਡ ਡੈਮ, ਬਹੁਤ ਹੀ ਇੰਪੋਰਟੈਂਟ ਡੈਮ ਹੈਗਾ। ਇਹਨੂੰ ਨੋਟ ਪੈਨ ਡਾਊਨ ਵੀ ਕਰ ਸਕਦੇ ਹੋ, ਨੀਚੇ ਲਿਖਿਆ ਵੀ ਹੋਇਆ, ਥੋੜ੍ਹਾ ਜਿਹਾ ਡਲ ਹੈਗਾ, ਛੋਟੇ ਅੱਖਰਾਂ ਦੇ ਵਿੱਚ ਹੈਗਾ, ਤੁਸੀਂ ਪੈਨ ਡਾਊਨ ਵੀ ਕਰ ਸਕਦੇ ਹੋ। ਮਹਾਨਦੀ ਰਿਵਰ 'ਤੇ ਕਿਹੜਾ ਡੈਮ ਹੈਗਾ? ਹੀਰਾਕੁੰਡ ਡੈਮ। ਜਿਹੜਾ ਤਪਤੀ ਰਿਵਰ ਹੈਗੀ ਹੈ ਉਹ ਵੈਸਟ ਫਲੋਇੰਗ ਰਿਵਰ ਹੈਗੀ ਹੈ। ਨਰਮਦਾ ਵੈਸਟ ਫਲੋਇੰਗ ਹੈਗੀ ਹੈ ਰਿਵਰ। ਵੈਸਟ ਫਲੋਇੰਗ ਦਾ ਰਿਵਰ ਦਾ ਮਤਲਬ ਇਹ ਹੋ ਗਿਆ ਕਿ ਅਰੇਬੀਅਨ ਸੀ ਜਾ ਕੇ ਮਿਲਦੀਆਂ ਦੋਨੀਆਂ ਰਿਵਰਸ। ਜਿਹੜੀਆਂ ਬਾਕੀ ਜਿਹੜੀਆਂ ਰਿਵਰਸ ਹੈਗੀਆਂ ਜਿਵੇਂ ਕਿ ਕ੍ਰਿਸ਼ਨਾ, ਗੋਦਾਵਰੀ, ਕਾਵੇਰੀ, ਇਹ ਸਾਰੀਆਂ ਜਿਹੜੀਆਂ ਰਿਵਰਸ ਹੈਗੀਆਂ ਸਾਊਥ ਦੀਆਂ ਉਹ ਬੇ ਆਫ ਬੰਗਾਲ ਜਾ ਕੇ ਮਿਲਦੀਆਂ ਹੁੰਦੀਆਂ। ਸੋ ਜਿਹੜੀ ਮਹਾਨਦੀ ਰਿਵਰ ਹੈਗੀ ਹੈ ਉਹ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ ਵੀ ਛੱਤੀਸਗੜ੍ਹ ਦੰਦਕਰਨਿਆ ਪਲੇਚੂ ਤੋਂ ਓਰੀਜਨ ਹੁੰਦਾ ਉਹਦਾ। ਜਿਹੜੀ ਦਮੋਦਰ ਰਿਵਰ ਬਾਰੇ ਸਭ ਤੋਂ ਜਿਹੜਾ ਇੰਪੋਰਟੈਂਟ ਪੁਆਇੰਟ ਹੈਗਾ ਉਹ ਇਹ ਹੈਗਾ ਕਿ ਇਹਨੂੰ ਸੋਰੋ ਆਫ ਬੰਗਾਲ ਵੀ ਕਿਹਾ ਜਾਂਦਾ। ਜਿਹੜੀ ਦਮੋਦਰ ਰਿਵਰ ਨੂੰ ਕੀ ਕਿਹਾ ਜਾਂਦਾ ਹੈ? ਸੋਰੋ ਆਫ ਬੰਗਾਲ। ਦਮੋਦਰ ਰਿਵਰ ਕਿਹੜੇ ਮਤਲਬ ਸਟੇਟ ਦੇ ਵਿੱਚੋਂ ਓਰੀਜਨ ਹੈਗਾ? ਦਮੋਦਰ ਰਿਵਰ ਝਾਰਖੰਡ ਦੇ ਵਿੱਚ ਓਰੀਜਨ ਹੁੰਦੀ ਹੈ। ਤਾਂ ਕਿਹੜੇ ਡਿਸਟ੍ਰਿਕਟ 'ਚ ਹੁੰਦੀ ਹੈ? ਝਾਰਖੰਡ ਦਾ ਪਲਮਾਊ ਡਿਸਟ੍ਰਿਕਟ ਹੈਗਾ, ਉੱਥੋਂ ਓਰੀਜਨ ਹੈਗਾ ਦਮੋਦਰ ਰਿਵਰ ਦਾ। ਨੀਚੇ ਪੜ੍ਹ ਵੀ ਸਕਦੇ ਹੋ ਤੁਸੀਂ। ਦਮੋਦਰ ਰਿਵਰ ਨੂੰ ਸੋਰੋ ਆਫ ਬੰਗਾਲ ਵੀ ਕਿਹਾ ਜਾਂਦਾ। ਸੋ ਜਿੰਨੀਆਂ ਵੀ ਗੱਲਾਂ ਤੁਸੀਂ ਪੈਨ ਡਾਊਨ ਕਰਦੇ ਜਾਣਾ। ਜੇ ਤੁਸੀਂ ਇਹਦੀ PDF ਚਾਹੁੰਦੇ ਹੋ ਤਾਂ ਸਾਡਾ ਜਿਹੜਾ ਟੈਲੀਗ੍ਰਾਮ ਚੈਨਲ ਹੈਗਾ ਉੱਥੇ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ। ਉਹਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਜਾਊਗਾ। ਅਤੇ ਬਾਕੀ ਜਿਹੜੀ ਸਾਡੀ CBC ਐਗਜ਼ਾਮ ਗੁਰੂ ਐਪ ਹੈਗੀ ਉੱਥੇ ਵੀ ਅਸੀਂ ਫ੍ਰੀ ਦੇ ਵਿੱਚ ਬਹੁਤ ਸਾਰੇ ਕੁਐਸਚਨ ਪੋਸਟ ਕਰ ਰਹੇ ਹਾਂ, ਡੇਲੀ ਕੁਇਜ਼, ਜਿਹਦੇ ਵਿੱਚ ਜੋਗਰਾਫੀ, ਹਿਸਟਰੀ ਦੇ ਕੁਐਸਚਨ ਤੁਸੀਂ ਵੇਖਣ ਨੂੰ ਮਿਲ ਸਕਦੇ ਆ। ਜਿਹੜੇ ਆਪਣਾ ਸਟੇਟ PCS ਹੈਗਾ ਜਾਂ ਕੋਈ ਹੋਰ ਆਪਣੀ ਸਟੇਟ ਦਾ ਐਗਜ਼ਾਮ ਹੈਗਾ ਉਹਨਾਂ ਲਈ ਰੈਲੇਵੈਂਟ ਕੁਐਸਚਨ ਨੂੰ ਵੇਖਣ ਨੂੰ ਮਿਲ ਸਕਦੇ ਆ। ਸੋ ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਵਿਚ ਟਰਾਈਬ ਸੈਲੀਬ੍ਰੇਟ ਦਾ ਸਰਹੂਲ ਫੈਸਟੀਵਲ। ਸਰਹੂਲ ਫੈਸਟੀਵਲ ਹੁੰਦਾ ਉਹ ਕਿਹੜੀ ਟਰਾਈਬ ਮਨਾਉਂਦੀ ਹੈ? ਟਰਾਈਬਲ ਫੈਸਟੀਵਲ ਹੈਗਾ, ਕਿਹੜੀ ਟਰਾਈਬ ਦੁਆਰਾ ਮਨਾਇਆ ਜਾਂਦਾ? ਇਹ ਵੀ ਇੱਕ ਪੁੱਛਿਆ ਹੋਇਆ ਕੁਐਸਚਨ ਹੈਗਾ। ਸੋ ਆਪਾਂ ਪੜ੍ਹਦੇ ਆਪਾਂ ਨੂੰ ਚਾਰ ਆਪਸ਼ਨ ਦਿੱਤੇ ਹੋਏ ਆ, ਔਰਨ ਟਰਾਈਬ, ਕਮਾਰ ਟਰਾਈਬ, ਬੈਗਾ ਟਰਾਈਬ, ਗੌਂਡ ਟਰਾਈਬ। ਸੋ ਜਿਹੜਾ ਔਰਨ ਫੈਸਟੀਵਲ ਹੈਗਾ ਔਰਨ ਟਰਾਈਬ ਦੁਆਰਾ ਮਨਾਇਆ ਜਾਂਦਾ ਹੈ। ਸੋ ਆਪਾਂ ਪੜ੍ਹ ਵੀ ਲੈਂਦੇ ਹਾਂ। ਔਰਨ, ਮੁੰਡਾ ਐਂਡ ਹੋ ਟਰਾਈਬਸ ਝਾਰਖੰਡ ਸੈਲੀਬ੍ਰੇਟ ਦਾ ਸਰਹੂਲ ਫੈਸਟੀਵਲ। ਤੁਸੀਂ ਇਹਨਾਂ ਨੂੰ ਇਹ ਵੀ ਯਾਦ ਰੱਖਣਾ ਵੀ ਜਿਹੜੀਆਂ ਔਰਨ, ਮੁੰਡਾ ਅਤੇ ਹੋ ਟਰਾਈਬਸ ਹੈਗੀਆਂ ਉਹ ਝਾਰਖੰਡ ਦੇ ਵਿੱਚ ਪਾਈਆਂ ਜਾਂਦੀਆਂ। ਦਿਸ ਇਜ਼ ਸੈਲੀਬ੍ਰੇਟਿਡ ਐਵਰੀ ਈਅਰ ਇਨ ਦਾ ਚੈਤਰ ਮੰਥ ਆਫ ਦਾ ਹਿੰਦੂ ਕੈਲੰਡਰ, ਮਾਰਕਿੰਗ ਦਾ ਬਿਗਨਿੰਗ ਆਫ ਦਾ ਨਿਊ ਈਅਰ। ਇਹਨੂੰ ਮਾਰਕ ਕੀਤਾ ਜਾਂਦਾ ਉਹਨਾਂ ਦਾ ਨਿਊ ਈਅਰ। ਸੋ ਟਰੀਜ਼ ਆਰ ਵਰਸ਼ਿਪਡ ਇਨ ਦਾ ਫੈਸਟੀਵਲ। ਦਿਸ ਸ਼ੋਜ਼ ਦਾ ਕਲੋਜ਼ਨੈਸ ਆਫ ਦਾ ਟਰਾਈਬਸ ਐਂਡ ਦਾ ਨੇਚਰ। ਜੇ ਟਰੀਜ਼ ਦੀ ਜਿਹੜੀ ਪੂਜਾ ਹੁੰਦੀ ਹੈ ਇਹਦੇ ਵਿੱਚ, ਪਰ ਆਪਣੇ ਲਈ ਸਭ ਤੋਂ ਜ਼ਿਆਦਾ ਰੈਲੇਵੈਂਟ ਕੀ ਰਹੂਗਾ ਕਿ ਜਿਹੜਾ ਸਰਹੂਲ ਫੈਸਟੀਵਲ ਹੈ ਕਿਹੜੀ ਟਰਾਈਬਸ ਦੁਆਰਾ ਮਨਾਇਆ ਜਾਂਦਾ ਹੈ ਜਾਂ ਕਿਹੜੀ ਸਟੇਟ ਦੇ ਵਿੱਚ ਮਨਾਇਆ ਜਾਂਦਾ ਹੈ? ਉਹ ਜ਼ਿਆਦਾ ਸਭ ਤੋਂ ਜ਼ਿਆਦਾ ਝਾਰਖੰਡ ਸਟੇਟ ਦੇ ਵਿੱਚ ਮਨਾਇਆ ਜਾਂਦਾ। ਕਿਹੜੀ ਟਰਾਈਬ ਮਨਾਉਂਦੀ ਹੈ? ਔਰਨ ਟਰਾਈਬ ਮਨਾਉਂਦੀ ਹੈ, ਮੁੰਡਾ ਮਨਾਉਂਦੀ ਹੈ ਅਤੇ ਹੋਰ ਟਰਾਈਬਸ ਦੁਆਰਾ ਮਨਾਇਆ ਜਾਂਦਾ ਹੈ ਫੈਸਟੀਵਲ ਨੂੰ। ਸੋ ਇਹ ਸੀਗੀਆਂ ਸਾਰੀਆਂ ਗੱਲਾਂ। ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਨੈਕਸਟ ਹੈਗਾ ਫॉर ਵਿਚ ਵਨ ਆਫ ਦਾ ਫੋਲੋਇੰਗ ਸਤਾਰਾ ਇਜ਼ ਵੈਲ ਨੋਨ। ਸਤਾਰਾ ਇੱਕ ਜਗ੍ਹਾ ਹੈਗੀ ਹੈ ਮਹਾਰਾਸ਼ਟਰ ਦੇ ਵਿੱਚ, ਕਿਹੜੀ ਚੀਜ਼ ਲਈ ਫੇਮਸ ਹੈਗੀ? ਆਪਾਂ ਨੂੰ ਚਾਰ ਆਪਸ਼ਨ ਦਿੱਤੇ ਹੋਏ ਹੈ, ਥਰਮਲ ਪਾਵਰ ਪਲਾਂਟ ਲਈ, ਵਿੰਡ ਐਨਰਜੀ ਪਾਵਰ ਪਲਾਂਟ ਲਈ ਅਤੇ ਹਾਈਡਰੋਇਲੈਕਟ੍ਰਿਕ ਪਲਾਂਟ ਲਈ ਜਾਂ ਨਿਊਕਲੀਅਰ ਪਾਵਰ ਪਲਾਂਟ ਦੇ ਲਈ।
ਸੋ ਬਹੁਤ ਹੀ ਸਾਰੇ ਕਲੋਜ਼ ਆਪਸ਼ਨ ਦਿੱਤੇ ਹੋਏ ਆਪਾਂ ਨੂੰ। ਐਵੇਂ ਹੀ ਪੁੱਛਿਆ ਗਿਆ ਸੀਗਾ ਲਾਸਟ ਪੀਸੀਐਸ ਦੇ ਵਿੱਚ ਜਿਹੜਾ ਮੁੰਦਰਾ ਥਰਮਲ ਪਾਵਰ ਸਟੇਸ਼ਨ ਹੈਗਾ ਉਹ ਕਿਹਦੇ ਨਾਲ ਕਿੱਥੇ ਹੈਗਾ ਤੇ ਕਿਹਦੇ ਨਾਲ ਰਿਲੇਟ ਕਰਦਾ। ਜਿਹੜਾ ਮੁੰਦਰਾ ਪਾਵਰ ਸਟੇਸ਼ਨ ਹੈਗਾ ਗੁਜਰਾਤ ਦੇ ਵਿੱਚ ਹੈਗਾ। ਲਾਸਟ ਪੀਸੀਐਸ 2018 ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ। ਸੋ ਐਵੇਂ ਹੀ ਆਪਾਂ ਨੂੰ 17 ਕੱਲ੍ਹ ਨੂੰ ਪੁੱਛਿਆ ਜਾ ਸਕਦਾ ਵੀ ਜਿਹੜੀ 17 ਜਗ੍ਹਾ ਹੈਗੀ ਹੈ ਕਿਹਦੇ ਕਰਕੇ ਫੇਮਸ ਹੈਗੀ। ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ, ਥਰਮਲ ਪਾਵਰ ਪਲਾਂਟ ਕਰਕੇ, ਵਿੰਡ ਐਨਰਜੀ ਪਾਵਰ ਪਲਾਂਟ ਕਰਕੇ, ਜਾਂ ਹਾਈਡਰੋਇਲੈਕਟ੍ਰਿਕ ਪਾਵਰ ਪਲਾਂਟ ਕਰਕੇ, ਨਿਊਕਲੀਅਰ ਪਾਵਰ ਪਲਾਂਟ ਕਰਕੇ। ਜਿਹੜੇ 17 ਹੈਗੀ ਹੈ ਜਗ੍ਹਾ ਮਹਾਰਾਸ਼ਟਰ ਦੇ ਵਿੱਚ ਉਹ ਵਿੰਡ ਐਨਰਜੀ ਪਾਵਰ ਪਲਾਂਟ ਕਰਕੇ ਫੇਮਸ ਹੈਗੀ ਹੈ। ਵਿੰਡ ਐਨਰਜੀ ਦੇ ਨਾਲ ਮਿਲਦੀਆਂ ਜੁਲਦੀਆਂ ਤੁਹਾਨੂੰ ਹੋਰ ਵੀ ਗੱਲਾਂ ਦੱਸਣਾ ਚਾਹੂੰਗਾ ਜੀ। ਜਿਹੜੀ ਸਭ ਤੋਂ ਜ਼ਿਆਦਾ ਵਿੰਡ ਐਨਰਜੀ ਪ੍ਰੋਡਿਊਸ ਹੁੰਦੀ ਹੈ ਉਹ ਹੁੰਦੀ ਹੈ ਤਾਮਿਲਨਾਡੂ ਸਟੇਟ ਦੇ ਵਿੱਚ। ਜਿਹੜਾ ਸਭ ਤੋਂ ਵੱਡਾ ਵਿੰਡ ਐਨਰਜੀ ਦਾ ਫਾਰਮ ਹੈਗਾ ਉਹ ਹੈਗਾ ਜੈਸਲਮੇਰ ਫਾਰਮ। ਉਹ ਕਿੱਥੇ ਹੈਗਾ? ਉਹ ਹੈਗਾ ਰਾਜਸਥਾਨ ਦੇ ਵਿੱਚ। ਸਭ ਤੋਂ ਜ਼ਿਆਦਾ ਕਿੱਥੇ ਪ੍ਰੋਡਿਊਸ ਹੁੰਦੀ ਹੈ ਵਿੰਡ ਐਨਰਜੀ? ਇਹ ਸਭ ਤੋਂ ਜ਼ਿਆਦਾ ਵਿੰਡ ਐਨਰਜੀ ਪ੍ਰੋਡਿਊਸ ਹੁੰਦੀ ਹੈ ਤਾਮਿਲਨਾਡੂ ਦੇ ਵਿੱਚ। ਸਭ ਤੋਂ ਜਿਹੜਾ ਵੱਡਾ ਫਾਰਮ ਹੈਗਾ ਵਿੰਡ ਐਨਰਜੀ ਦਾ ਉਹ ਕਿੱਥੇ ਹੈਗਾ? ਜੈਸਲਮੇਰ ਰਾਜਸਥਾਨ ਦੇ ਵਿੱਚ। ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਵਿੰਡ ਐਨਰਜੀ ਇੱਕ ਰੀਨਿਊਏਬਲ ਐਨਰਜੀ ਹੁੰਦੀ ਹੈ, ਇਹ ਤੁਹਾਨੂੰ ਪਤਾ ਹੋਊਗਾ। ਜਿਹੜੀ ਵਿੰਡ ਐਨਰਜੀ ਹੁੰਦੀ ਹੈ ਉਹ ਪਹਿਲਾਂ ਵਿੰਡ ਦੀ ਕਿਹੜੀ ਐਨਰਜੀ ਹੁੰਦੀ ਹੈ? ਕੈਨੇਟਿਕ ਐਨਰਜੀ ਹੁੰਦੀ ਹੈ। ਕੈਨੇਟਿਕ ਅੱਗੇ ਇਲੈਕਟ੍ਰੀਕਲ ਐਨਰਜੀ ਦੇ ਵਿੱਚ ਚੇਂਜ ਹੋ ਜਾਂਦੀ ਹੈ। ਇਹ ਸਾਰੀਆਂ ਗੱਲਾਂ ਆਪਾਂ ਜਦੋਂ ਆਪਾਂ ਪੀਸੀਐਸ ਦੇ ਮੋਸਟ ਇੰਪੋਰਟੈਂਟ ਜੀਐਸ ਕੁਐਸਚਨ ਪੜ੍ਹੇ ਆ ਉਹਨਾਂ ਵਿੱਚ ਆਪਾਂ ਸਾਰੀਆਂ ਗੱਲਾਂ ਕਰ ਰੱਖੀਆਂ। ਸੋ ਆਪਾਂ ਪੜ੍ਹ ਵੀ ਲੈਂਦੇ ਹਾਂ। ਚਲਵੇਕਵਾੜੀ ਵਿੰਡ ਐਨਰਜੀ ਪ੍ਰੋਜੈਕਟ ਇਨ ਦਾ ਸਤਾਰਾ ਮਹਾਰਾਸ਼ਟਰ ਇਜ਼ developed for generating electricity. 500 windmills are put up along with the plateau to generate electricity. ਬਹੁਤ ਇੰਪੋਰਟੈਂਟ ਹੈਗਾ ਵੀ ਬਹੁਤ ਵੱਡਾ ਇੱਕ ਵਿੰਡ ਮਿਲ ਫਾਰਮ ਹੈਗਾ ਸਤਾਰਾ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ। ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਨੈਕਸਟ ਹੈਗਾ ਨੇਪ ਨਗਰ ਇਜ਼ ਰਿਲੇਟਡ ਟੂ ਵਿਚ ਵਨ ਆਫ ਦਾ ਫੋਲੋਇੰਗ ਇੰਡਸਟਰੀ। ਨੇਪ ਨਗਰ ਜਿਹੜੀ ਇੰਡਸਟਰੀ ਹੈਗੀ ਹੈ ਜਾਂ ਨੇਪ ਨਗਰ ਜਗ੍ਹਾ ਹੈਗੀ ਹੈ ਕਿਹੜੀ ਇੰਡਸਟਰੀ ਦੇ ਨਾਲ ਰਿਲੇਟ ਕਰਦੀ ਆਪਾਂ ਨੂੰ ਪੁੱਛਿਆ ਗਿਆ ਕੁਐਸਚਨ ਦੇ ਵਿੱਚ। ਬਹੁਤ ਇੰਪੋਰਟੈਂਟ ਹੈ। ਆਈਐਸ ਦੇ ਵਿੱਚ ਇਹ ਪੁੱਛਿਆ ਹੋਇਆ ਕੁਐਸਚਨ ਹੈ, ਆਪਾਂ ਉਮੀਦ ਕਰ ਸਕਦੇ ਹਾਂ ਅਗਾਂਹ ਵੀ ਪੁੱਛਿਆ ਜਾ ਸਕਦਾ ਹੈ। ਐਮਪੀਪੀਸੀਐਸ ਦੇ ਵਿੱਚ ਵੀ ਪੁੱਛਿਆ ਹੋਇਆ ਕੁਐਸਚਨ ਹੈਗਾ। ਫਰਟੀਲਾਈਜ਼ਰਸ ਦੇ ਨਾਲ ਡੀਲ ਕਰਦੀ ਹੈ, ਨਿਊਜ਼ ਪ੍ਰਿੰਟ ਦੇ ਨਾਲ ਡੀਲ ਕਰਦੀ ਹੈ, ਸ਼ੂਗਰ ਦੇ ਨਾਲ ਡੀਲ ਕਰਦੀ ਹੈ, ਵੂਲਨ ਟੈਕਸਟਾਈਲ ਦੇ ਨਾਲ ਡੀਲ ਕਰਦੀ ਹੈ। ਜਿਹੜੇ ਨੇਪਨਗਰ ਇੰਡਸਟਰੀ ਹੈਗੀ ਹੈ ਉਹ ਡੀਲ ਕਰਦੀ ਹੈ ਨਿਊਜ਼ਪੇਪਰ ਦੇ ਨਾਲ, ਨਿਊਜ਼ ਪ੍ਰਿੰਟ ਪੇਪਰ ਦੇ ਨਾਲ। ਇੱਥੇ ਜਿਹੜਾ ਮਤਲਬ ਜਿਹੜਾ ਆਪਣਾ ਕਾਗਜ਼ ਹੁੰਦਾ ਜਾਂ ਕਹਿ ਸਕਦੇ ਜਿਹੜੀ ਆਪਣੀ ਪ੍ਰਿੰਟ ਹੁੰਦੀਆਂ ਬੁੱਕਸ ਜਾਂ ਪੇਪਰ ਪ੍ਰਿੰਟ ਹੁੰਦਾ ਉਹਦੇ ਨਾਲ ਰਿਲੇਟਿਡ ਹੈਗੀ ਹੈ ਨੇਪਨਗਰ ਇੰਡਸਟਰੀ। ਨੇਪਨਗਰ ਹੈਗਾ ਕਿੱਥੇ? ਮਹਾਰਾਸ਼ਟਰ ਦੇ ਵਿੱਚ ਹੈਗਾ। ਨੇਪਨਗਰ ਇਜ਼ ਐਨ ਇੰਡਸਟਰੀਅਲ ਟਾਊਨਸ਼ਿਪ ਇਨ ਦਾ ਬੁਰਨਪੁਰ ਡਿਸਟ੍ਰਿਕਟ ਆਫ ਦਾ ਮੱਧ ਪ੍ਰਦੇਸ਼। ਦ ਟਾਊਨਸ਼ਿਪ ਇਜ਼ ਫੇਮਸ ਫॉर ਦਾ ਨਿਊਜ਼ਪੇਪਰ ਪ੍ਰਿੰਟ। ਜਿਹੜਾ ਨਿਊਜ਼ਪੇਪਰ ਆਪਣਾ ਪ੍ਰਿੰਟ ਹੁੰਦਾ ਉਹ ਜ਼ਿਆਦਾ ਤੋਂ ਜ਼ਿਆਦਾ ਨੇਪਨਗਰ ਦੇ ਵਿੱਚ ਹੁੰਦਾ ਹੈ। ਇਹਨੂੰ ਪੇਪਰ ਇੰਡਸਟਰੀ ਦੇ ਨਾਲ ਵੀ ਜਾਣਿਆ ਜਾਂਦਾ ਨੇਪਨਗਰ ਨੂੰ। ਬਹੁਤ ਇੰਪੋਰਟੈਂਟ ਹੈਗਾ। ਇਹ ਪੁੱਛਿਆ ਹੋਇਆ ਕੁਐਸਚਨ ਹੈ, ਉਮੀਦ ਕਰ ਸਕਦੇ ਹਾਂ ਪੀਪੀਐਸਸੀ ਵੀ ਇਹਨੂੰ ਕੱਲ੍ਹ ਨੂੰ ਪੁੱਛ ਸਕਦਾ ਹੈ। ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਸਟੇਟ ਹੈਵਿੰਗ ਦਾ ਮੈਕਸਿਮਮ ਨੰਬਰ ਆਫ ਦਾ ਪੇਪਰ ਮਿਲਸ। ਕਿਹੜੀ ਸਟੇਟ ਇਹ ਜੀ ਹੈਗੀ ਹੈ ਜਿਹਦੇ ਕੋਲ ਸਭ ਤੋਂ ਜ਼ਿਆਦਾ ਪੇਪਰ ਮਿਲਸ ਹੈਗੀਆਂ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪੇਪਰ ਮਿਲਸ ਹੈਗੀਆਂ। ਆਪਾਂ ਨੂੰ 4 ਆਪਸ਼ਨ ਦੇ ਵਿੱਚ ਪੁੱਛਿਆ ਗਿਆ, ਓਵਰਆਲ ਇੰਡੀਆ ਦੇ ਵਿੱਚ ਨਹੀਂ ਪੁੱਛਿਆ ਗਿਆ। ਸੋ ਆਪਣੇ ਕੋਲ 4 ਆਪਸ਼ਨ ਹੈਗੇ ਕਰਨਾਟਕਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਵੈਸਟ ਬੰਗਾਲ। ਆਪਾਂ ਇਹ ਰਿਲੇਟ ਨਹੀਂ ਕਰ ਲੈਣਾ ਵੀ ਨੇਪਨਗਰ ਅਗਰ ਉੱਤਰ ਪ੍ਰਦੇਸ਼ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਹੈਗਾ ਤਾਂ ਉੱਥੇ ਹੀ ਸਭ ਤੋਂ ਜ਼ਿਆਦਾ ਜਿਹੜੇ ਪੇਪਰ ਮਿਲਸ ਹੋਣਗੀਆਂ। ਸੋ ਇਹਨਾਂ 4 ਆਪਸ਼ਨ ਦੇ ਵਿੱਚੋਂ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਪੇਪਰ ਮਿਲਸ ਹੈਗੀਆਂ। ਓਵਰਆਲ ਇੰਡੀਆ ਦੇ ਵਿੱਚ ਵੇਖਿਆ ਜਾਵੇ ਸਭ ਤੋਂ ਜ਼ਿਆਦਾ ਪੇਪਰ ਮਿਲਸ ਕਿੱਥੇ ਹੈਗੀ ਹੈ? ਉਹ ਹੈਗੀਆਂ ਗੁਜਰਾਤ ਦੇ ਵਿੱਚ। ਜਿਵੇਂ ਤੁਸੀਂ ਪੜ੍ਹ ਵੀ ਸਕਦੇ ਹੋ ਇਹਨੇ ਗਿਵਨ ਆਪਸ਼ਨ ਉੱਤਰ ਪ੍ਰਦੇਸ਼ ਹੈਜ਼ ਦਾ ਮੈਕਸਿਮਮ ਨੰਬਰ ਆਫ ਦਾ ਮਿਲਸ। ਜਿਹੜੇ 4 ਆਪਸ਼ਨ ਦਿੱਤੇ ਹੋਏ ਆ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਉੱਤਰ ਪ੍ਰਦੇਸ਼ ਦੇ ਵਿੱਚ ਹੈਗੀਆਂ, ਵਾਈਲ ਓਵਰਆਲ ਇੰਡੀਆ ਦੇ ਵਿੱਚ ਵੇਖਿਆ ਜਾਵੇ ਤਾਂ ਗੁਜਰਾਤ ਦੇ ਵਿੱਚ ਸਭ ਤੋਂ ਜ਼ਿਆਦਾ ਪੇਪਰ ਮਿਲਸ ਹੈਗੀਆਂ। ਸੋ ਆਪਾਂ ਕਨਫਿਊਜ਼ ਨਹੀਂ ਕਰਨਾ ਉੱਥੇ ਜਾ ਕੇ। ਕੱਲ੍ਹ ਨੂੰ ਅਗਰ ਗੁਜਰਾਤ ਆਪਸ਼ਨ ਆ ਜਾਂਦਾ ਤਾਂ ਆਪਾਂ ਗੁਜਰਾਤ 'ਤੇ ਮਾਰਕ ਕਰਾਂਗੇ। ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਦਲੀਮਾ ਨਗਰ ਆਫ ਦਾ ਬਿਹਾਰ ਇਜ਼ ਫੇਮਸ ਫॉर। ਇਹ ਬਹੁਤ ਵਾਰੀ ਕੁਐਸਚਨ ਪੁੱਛੇ ਹੋਏ ਹੈਗੇ ਆ ਤੇ ਪੀਪੀਐਸਸੀ ਇਹੋ ਹੀ ਪੈਟਰਨ ਫੋਲੋ ਅੱਜ ਕੱਲ੍ਹ ਕਰ ਰਹੀ ਹੈ। ਸੋ ਆਪਾਂ ਉਮੀਦ ਕਰ ਸਕਦੇ ਹਾਂ ਕੱਲ੍ਹ ਨੂੰ ਆਪਾਂ ਨੂੰ ਵੀ ਪੁੱਛਿਆ ਜਾ ਸਕਦੇ। ਜਿਹੜਾ ਦਲੀਮਾ ਨਗਰ ਹੈਗਾ ਉਹ ਕਿੱਥੇ ਹੈਗਾ? ਬਿਹਾਰ ਦੇ ਵਿੱਚ। ਕਿਸ ਲਈ ਫੇਮਸ ਹੈਗਾ? ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ, ਸਿਲਕ ਲਈ, ਸੀਮੈਂਟ ਲਈ, ਲੈਦਰ ਲਈ ਤੇ ਜੂਟ ਲਈ। ਜਿਹੜਾ ਦਲੀਮਾ ਨਗਰ ਹੈਗਾ ਉਹ ਸੀਮੈਂਟ ਲਈ ਫੇਮਸ ਹੈਗਾ। ਬਹੁਤ ਇੰਪੋਰਟੈਂਟ ਟਾਊਨ ਹੈਗਾ। ਆਪਾਂ ਇਹਦੇ ਬਾਰੇ ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਪੜ੍ਹ ਲੈਂਦੇ ਹਾਂ। ਦਲਮਾਈ ਨਗਰ ਇਜ਼ ਵਨ ਆਫ ਦਾ ਓਲਡੈਸਟ ਐਂਡ ਦਾ ਬਿਗੈਸਟ ਇੰਡਸਟਰੀਅਲ ਟਾਊਨਸ ਆਫ ਇੰਡੀਆ। ਇਟ ਇਜ਼ ਸਿਚੁਏਟਡ ਔਨ ਦਾ ਬੈਂਕ ਆਫ ਦਾ ਸੋਨ ਰਿਵਰ ਇਨ ਰੋਹਤਾਸ ਡਿਸਟ੍ਰਿਕਟ ਆਫ ਦਾ ਬਿਹਾਰ। ਇਹ ਸੋਨ ਰਿਵਰ ਕਿਹਦੀ ਟ੍ਰਿਬਿਊਟਰੀ ਹੈਗੀ ਹੈ? ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਸੋਨ ਰਿਵਰ ਹੈਗੀ ਹੈ ਗੰਗਾ ਦੀ ਟ੍ਰਿਬਿਊਟਰੀ। ਕਿਹੜੀ ਟ੍ਰਿਬਿਊਟਰੀ ਹੈਗੀ ਹੈ? ਰਾਈਟ ਬੈਂਕ ਹੈਗੀ ਹੈ ਕਿ ਲੈਫਟ ਬੈਂਕ ਟ੍ਰਿਬਿਊਟਰੀ ਹੈਗੀ ਹੈ? ਸੋਨ ਰਾਈਟ ਬੈਂਕ ਟ੍ਰਿਬਿਊਟਰੀ ਆਫ ਦਾ ਗੰਗਾ ਹੈਗੀ ਹੈ। ਇਹਨੂੰ ਆਪਾਂ ਯਾਦ ਰੱਖਣਾ ਹੈ। ਜਿਵੇਂ ਗੰਗਾ ਵੀ ਰਾਈਟ ਬੈਂਕ ਹੈਗੀ ਹੈ ਉਵੇਂ ਸੋਨ ਵੀ ਰਾਈਟ ਬੈਂਕ ਟ੍ਰਿਬਿਊਟਰੀ ਹੈਗੀ ਹੈ। ਬਾਕੀ ਜਿਹੜੀਆਂ ਟ੍ਰਿਬਿਊਟਰੀਜ਼ ਲੈਫਟ ਬੈਂਕ ਹੈਗੀਆਂ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ। ਜਦੋਂ ਆਪਾਂ ਡਰੇਨੇਜ ਸਿਸਟਮ ਪੜ੍ਹਾਂਗੇ ਡਿਟੇਲ ਦੇ ਵਿੱਚ ਆਪਾਂ ਉਦੋਂ ਕਰਾਂਗੇ। ਸੋ ਹੁਣ ਲਈ ਇੰਨਾ ਹੀ। ਸੋਨ ਕਿੱਥੋਂ ਓਰੀਜਨੇਟ ਹੁੰਦੀ ਹੈ? ਅਮਰਕੰਤਕਾ ਪਲੇਟੂ ਦੇ ਵਿੱਚੋਂ। ਹੋਰ ਕਿਹੜੀ ਰਿਵਰ ਹੈ ਅਮਰਕੰਤਕਾ ਪਲੇਟੂ ਤੋਂ ਓਰੀਜਨੇਟ ਹੁੰਦੀ ਹੈ? ਆਪਾਂ ਹੁਣੇ ਪੜ੍ਹ ਕੇ ਆਏ ਨਰਮਦਾ ਰਿਵਰ ਅਮਰਕੰਤਕਾ ਪਲੇਟੂ ਤੋਂ ਓਰੀਜਨੇਟ ਹੁੰਦੀ ਹੈ। ਇਟ ਇਜ਼ ਫੇਮਸ ਆਪਾਂ ਕਿਤੇ ਸੀਗੇ ਇਟ ਇਜ਼ ਫੇਮਸ ਫॉर ਦਾ ਸੀਮੈਂਟ ਇੰਡਸਟਰੀ। ਇਟ ਵਾਜ਼ ਫਾਊਂਡਡ ਬਾਈ ਦਾ ਰਾਮ ਕ੍ਰਿਸ਼ਨਾ ਦਾਮਿਆਲਾ ਆਫ ਦਾ ਦਾਮਿਆ ਗਰੁੱਪ ਆਫ ਦਾ ਇੰਡਸਟਰੀ। ਆਪਣੇ ਲਈ ਇਹ ਪੜ੍ਹਨਾ ਜ਼ਰੂਰੀ ਨਹੀਂ ਗਾ, ਬਸ ਆਪਾਂ ਨੂੰ ਇੰਨਾ ਹੀ ਪਤਾ ਹੋਣਾ ਚਾਹੀਦਾ ਵੀ ਜਿਹੜਾ ਦਲਾਮਾ ਨਗਰ ਉਹ ਬਿਹਾਰ ਹੈਗਾ ਕਿਹਦੇ ਲਈ ਫੇਮਸ ਹੈਗਾ?
ਸੀਮੈਂਟ ਇੰਡਸਟਰੀ ਲਈ ਫੇਮਸ ਹੈਗਾ। ਇਹ ਕਿਹੜੇ ਰਿਵਰ ਤੇ ਸਿਚੁਏਟਡ ਹੈਗਾ? ਇਹ ਰਿਵਰ ਹੈਗਾ ਸੋਨ ਰਿਵਰ ਤੇ ਸਿਚੁਏਟਡ। ਸੋਨ ਰਿਵਰ ਕਿੱਥੋਂ ਓਰੀਜਿਨੇਟ ਹੁੰਦਾ? ਸੋਨ ਰਿਵਰ ਹੁੰਦਾ ਅਮਰਕੰਤਕਾ ਪਲੇਟੂ ਦੇ ਵਿੱਚੋਂ। ਅਮਰਕੰਤਕਾ ਪਲੇਟੂ ਕਿੱਥੇ ਹੈਗਾ? ਉਹ ਹੈਗਾ ਮੱਧ ਪ੍ਰਦੇਸ਼ ਦੇ ਵਿੱਚ। ਤੇ ਇੱਕ ਗੱਲ ਹੋਰ ਹੈਗੀ, ਇੱਕ ਹੋਰ ਰਿਵਰ ਓਰੀਜਿਨੇਟ ਹੁੰਦਾ ਅਮਰਕੰਤਕਾ ਪਲੇਟੂ ਤੋਂ, ਉਹ ਹੈਗਾ ਨਰਮਦਾ ਰਿਵਰ। ਤੇ ਸਾਰਿਆਂ ਦਾ ਰਿਵਰ ਦਾ ਓਰੀਜਿਨੇਸ਼ਨ ਆਪਾਂ ਨੂੰ ਪਤਾ ਹੋਣਾ ਚਾਹੀਦਾ। ਜਿਹੜੇ ਲਗਭਗ ਰਿਵਰ ਹੈਗੇ ਇੰਪੋਰਟੈਂਟ ਮੇਜਰ ਰਿਵਰ ਹੈਗੇ ਉਹਨਾਂ ਦਾ ਆਪਾਂ ਨੂੰ ਓਰੀਜਿਨੇਸ਼ਨ ਪਤਾ ਹੋਣਾ ਚਾਹੀਦਾ। ਸੋ ਜਿਹੜਾ ਬਾਕੀ ਰਿਵਰ ਹੈਗੇ ਆ ਜਿਹੜੇ ਤੁਹਾਨੂੰ ਕਰਾਏ ਆ ਉਹਨਾਂ ਦਾ ਜਿਹੜਾ ਤੁਸੀਂ ਓਰੀਜਿਨੇਸ਼ਨ ਹੈ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ। ਜਿਵੇਂ ਕਿ ਮਹਾਨਦੀ ਤੁਹਾਨੂੰ ਕਰਾਇਆ ਹੈ ਜਾਂ ਜਿਹੜਾ ਆਪਾਂ ਕੀਤਾ ਸੀਗਾ ਤਾਪੀ ਰਿਵਰ ਕਰਵਾਇਆ, ਉਹਨਾਂ ਦਾ ਜਿਹੜਾ ਓਰੀਜਨ ਹੈਗਾ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ। ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਕੁਆਟਰਜ਼ਾਈਟ ਇਜ਼ ਦਾ ਮੈਟਾਫੋਰਾਈਜ਼ਡ ਫਾਰਮ ਆਫ। ਜਿਹੜਾ ਕੁਆਟਰਜ਼ਾਈਟ ਹੁੰਦਾ ਹੈ ਉਹ ਕਿਹਦੀ ਮੈਟਾਫੋਰਾਈਜ਼ਡ ਫਾਰਮ ਹੈਗੀ ਹੈ? ਮੈਟਾਫੋਰਾਈਜ਼ਡ ਮਤਲਬ ਇਹ ਹੋਏਗਾ ਕਿ ਕਿਹਦੀ ਕਰਪਟਡ ਫਾਰਮ ਹੈਗੀ ਹੈ। ਜਦੋਂ ਕੋਈ ਵੀ ਰੋਕ ਹੁੰਦੀ ਹੈ ਉਹਦੇ ਉੱਤੇ ਜਦੋਂ ਪ੍ਰੈਸ਼ਰ ਆ ਜਾਂਦਾ, ਜਦੋਂ ਹਾਈ ਟੈਂਪਰੇਚਰ ਹੁੰਦਾ, ਉਹਦਾ ਜਿਹੜਾ ਰੂਪ ਹੈ ਉਹ ਬਦਲ ਜਾਂਦਾ ਹੁੰਦਾ। ਉਹਦਾ ਜਿਹੜਾ ਮੈਟਾਫੋਰਾਈਜ਼ਡ ਰੂਪ ਹੈਗਾ ਤਾਂ ਉਹ ਕਿਹੜਾ ਹੈਗਾ ਕੁਆਟਰਜ਼ਾਈਟ ਦਾ? ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ, ਲਾਈਮਸਟੋਨ, ਓਰਸਟੀਅਨ, ਸੈਂਡਸਟੋਨ, ਸ਼ੇਲ। ਜਿਹੜਾ ਕੁਆਟਰਜ਼ਾਈਟ ਚੇਂਜ ਹੁੰਦਾ ਉਹ ਹੋ ਜਾਂਦਾ ਸੈਂਡਸਟੋਨ ਦੇ ਵਿੱਚ ਚੇਂਜ। ਬਹੁਤ ਇੰਪੋਰਟੈਂਟ ਹੈਗਾ, ਕਈ ਵਾਰੀ ਪੁੱਛੇ ਹੋਏ ਕੁਐਸਚਨ ਹੈਗੇ ਆ, ਸੋ ਅਗਾਂਹ ਵੀ ਪੁੱਛੇ ਜਾ ਸਕਦੇ ਹੁੰਦੇ ਆ। ਸੋ ਕੁਆਟਰਜ਼ਾਈਟ ਇਜ਼ ਅ ਨੋਨ ਫੋਲਾਈਟ ਮੈਟਾਫੋਰਿਕ ਰੌਕ ਕੰਪੋਜ਼ਡ ਆਫ ਆਲਮੋਸਟ entirely quartzite. It formed when a quartzite rich sandstone is altered by the heat, pressure and the chemical activities of the metaphorism. ਜੇ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਵੀ ਜਦੋਂ ਕੋਈ ਵੀ ਰੋਕ ਹੁੰਦਾ ਉਹਦੇ ਜਦੋਂ ਹੀਟ ਦੇ ਥੱਲੇ ਆ ਜਾਂਦਾ, ਪ੍ਰੈਸ਼ਰ ਦੇ ਥੱਲੇ ਆ ਜਾਂਦਾ ਤਾਂ ਜਿਹੜੀ ਉਹਦੀ ਸਟਰਕਚਰ ਹੁੰਦੀ ਹੈ ਚੇਂਜ ਹੋ ਜਾਂਦੀ ਹੈ, ਮੈਟਾਫੋਰਾਈਜ਼ਡ ਹੋ ਜਾਂਦੀ ਹੈ ਉਹਦੀ ਸਟਰਕਚਰ, ਤਾਂ ਉਹਨੂੰ ਕਿਹਾ ਜਾਂਦਾ ਮੈਟਾਫੋਰਾਈਜ਼ਡ ਰੌਕ। ਜਿਹੜਾ ਕੁਆਟਰਜ਼ਾਈਟ ਦਾ ਜਿਹੜਾ ਰੀਅਲ ਫਾਰਮ ਹੈਗਾ ਜਦੋਂ ਕੁਆਟਰਜ਼ਾਈਟ ਚੇਂਜ ਹੋ ਜਾਂਦਾ ਦੂਜੀ ਫਾਰਮ ਦੇ ਵਿੱਚ ਉਹਨੂੰ ਕੀ ਕਿਹਾ ਜਾਂਦਾ? ਸੈਂਡਸਟੋਨ ਕਿਹਾ ਜਾਂਦਾ। ਸੋ ਆਪਾਂ ਪੜ੍ਹ ਵੀ ਲੈਂਦੇ ਹਾਂ ਇਹਨੂੰ। ਆਪਾਂ ਕਿੱਥੇ ਸੀਗਾ? ਦ ਰਿਜ਼ਲਟ ਇਜ਼ ਨੈਟਵਰਕ ਆਫ ਦ ਇੰਟਰਲੋਕਿੰਗ ਕੁਆਟਰਜ਼ਾਈਟ ਗੇਨਸ ਇਨਕ੍ਰੈਡੀਬਲ ਸਟਰੈਂਥ। ਮਾਰਬਲ ਇਜ਼ ਏ ਮੈਟਾਬਾਈਕ ਰੌਕ ਫਰੋਮ ਦ ਲਾਈਮਸਟੋਨ। ਜਿਹੜਾ ਮਾਰਬਲ ਹੈਗਾ ਉਹ ਲਾਈਮਸਟੋਨ ਤੋਂ ਬਣਦਾ ਹੁੰਦਾ, ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ। ਇਜ਼ ਸਬਜੈਕਟਿਡ ਟੂ ਹੀਟ ਐਂਡ ਦ ਪ੍ਰੈਸ਼ਰ ਆਫ ਦ ਮੈਟਾਫੋਰਿਜ਼ਮ ਵਾਈਲ ਦ ਸਟੇਟ ਆਫ ਦ ਮੈਟਾਫੋਰਾਈਜ਼ਡ ਰੌਕ ਮੇਡ ਫਰੋਮ ਦ ਸੈਡੀਮੈਂਟਰੀ ਰੌਕਸ। ਸੋ ਇਹ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਵੀ ਜਿਹੜਾ ਕੁਆਟਰਜ਼ਾਈਟ ਹੈਗਾ ਮੈਟਾਫੋਰਾਈਜ਼ਡ ਫਾਰਮ ਹੈਗੀ ਹੈ ਉਹ ਕਿਹਦੀ ਹੈਗੀ ਹੈ? ਸੈਂਡਸਟੋਨ ਦੀ। ਜਿਹੜਾ ਮਾਰਬਲ ਮੈਟਾਫੋਰਾਈਜ਼ਡ ਫਾਰਮ ਹੈਗੀ ਉਹ ਕਿਹਦੀ ਹੈਗੀ ਹੈ? ਉਹ ਹੈਗੀ ਹੈ ਲਾਈਮਸਟੋਨ ਦੀ। ਸੋ ਇਹ ਸਾਰੀਆਂ ਗੱਲਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ। ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਇਨ ਵਿਚ ਪਾਰਟ ਆਫ ਦਾ ਇੰਡੀਆ ਇਜ਼ ਦ ਡੇਲੀ ਰੇਂਜ ਆਫ ਦਾ ਟੈਂਪਰੇਚਰ ਇਜ਼ ਹਾਈਐਸਟ। ਸੋ ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ। ਡੇਲੀ ਰੇਂਜ ਆਫ ਟੈਂਪਰੇਚਰ ਕਿਤੇ ਹਾਈ ਹੁੰਦੀ ਆ, ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ। ਈਸਟਰਨ ਕੋਸਟਲ ਏਰੀਆਜ਼, ਇੰਟੀਰੀਅਰ ਏਰੀਆ ਆਫ ਦਾ ਛੱਤੀਸਗੜ੍ਹ ਪਲੇਨ, ਅੰਡਾਮਾਨ ਆਈਲੈਂਡ ਐਂਡ ਦਾ ਡੈਜ਼ਰਟ ਏਰੀਆ ਆਫ ਦਾ ਰਾਜਸਥਾਨ। ਸੋ ਇਸ ਜਿਹੜੇ ਆਪਸ਼ਨਸ ਨੂੰ ਸੋਰਟ ਕਰਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਡੇਲੀ ਰੇਂਜ ਆਫ ਟੈਂਪਰੇਚਰ ਹੁੰਦਾ ਕੀ ਹੈ। ਡੇਲੀ ਰੇਂਜ ਆਫ ਟੈਂਪਰੇਚਰ ਇਹ ਹੁੰਦਾ ਹੈ ਕਿ ਸਭ ਤੋਂ ਐਕਸਟ੍ਰੀਮ ਟੈਂਪਰੇਚਰ ਦਿਨ ਤੇ ਰਾਤ ਦੇ ਵਿੱਚ ਕਿੱਥੇ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਕਿ ਦਿਨੇ ਤਾਂ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੈ ਤੇ ਰਾਤ ਨੂੰ ਬਹੁਤ ਜ਼ਿਆਦਾ ਟੈਂਪਰੇਚਰ ਘੱਟ ਹੈ। ਇੰਨੀ ਵੇਰੀਏਸ਼ਨ ਸਭ ਤੋਂ ਜ਼ਿਆਦਾ ਕਿੱਥੇ ਪਾਈ ਜਾਂਦੀ ਹੈ? ਤੁਸੀਂ ਆਪ ਹੀ ਆਈਡੀਆ ਲਾ ਸਕਦੇ ਹੋ। ਜਿਹੜੇ ਡੈਜ਼ਰਟ ਆਫ ਰਾਜਸਥਾਨ ਹੈ ਉੱਥੇ ਇੰਨੀ ਜ਼ਿਆਦਾ ਵੇਰੀਏਸ਼ਨ ਪਾਈ ਜਾ ਸਕਦੀ ਹੈ ਵੀ ਜਿਹੜਾ ਦਿਨ ਦਾ ਟੈਂਪਰੇਚਰ ਹੁੰਦਾ ਉਹ ਬਹੁਤ ਜ਼ਿਆਦਾ ਹਾਈ ਹੁੰਦਾ, ਜਿਹੜਾ ਰਾਤ ਦਾ ਟੈਂਪਰੇਚਰ ਹੁੰਦਾ ਬਹੁਤ ਜ਼ਿਆਦਾ ਲੋ ਹੁੰਦਾ। ਸੋ ਇਹ ਜਿਹੜੀਆਂ ਸਾਰੀਆਂ ਵੇਰੀਏਸ਼ਨਸ ਹੈ, ਜਿਹੜੀਆਂ ਟੈਂਪਰੇਚਰ ਦੇ ਵੇਰੀਏਸ਼ਨਸ ਹੁੰਦੀਆਂ ਦਿਨ ਤੇ ਰਾਤ ਦੇ ਵਿੱਚ ਜਾਂ ਪੂਰੇ ਦਿਨ ਦੇ ਵਿੱਚ ਜਿਹੜੀਆਂ ਵੇਰੀਏਸ਼ਨ ਪਾਈਆਂ ਜਾਂਦੀਆਂ ਉਹਨੂੰ ਕਿਹਾ ਜਾਂਦਾ ਡੇਲੀ ਰੇਂਜ ਆਫ ਟੈਂਪਰੇਚਰ। ਸੋ ਡੇਲੀ ਰੇਂਜ ਆਫ ਟੈਂਪਰੇਚਰ ਕਿੱਥੇ ਸਭ ਤੋਂ ਜ਼ਿਆਦਾ ਪਾਇਆ ਜਾਊਗਾ? ਰਾਜਸਥਾਨ ਦੇ ਵਿੱਚ ਪਾਇਆ ਜਾਊਗਾ, ਕਿਉਂਕਿ ਉੱਥੇ ਦਿਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਰਾਤ ਦੇ ਵਿੱਚ ਠੰਡ ਹੁੰਦੀ ਹੈ। ਸੋ ਆਪਾਂ ਨੂੰ ਸਭ ਤੋਂ ਜਦੋਂ ਆਪਾਂ ਕੁਐਸਚਨ ਵੇਖਦੇ ਆਪਾਂ ਨੂੰ ਕੁਐਸਚਨ ਵੀ ਸਮਝ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਰ ਤੁਹਾਨੂੰ ਡੇਲੀ ਰੇਂਜ ਆਫ ਟੈਂਪਰੇਚਰ ਨਹੀਂ ਪਤਾ ਹੋਊਗਾ ਕੀ ਹੁੰਦੀ ਹੈ ਤੁਸੀਂ ਆਨਸਰ ਨਹੀਂ ਕਰ ਪਾਓਗੇ। ਜੋ ਤੁਹਾਨੂੰ ਪਤਾ ਲੱਗ ਗਿਆ ਵੀ ਡੇਲੀ ਰੇਂਜ ਆਫ ਟੈਂਪਰੇਚਰ ਕੀ ਹੁੰਦੀ ਹੈ ਤੁਸੀਂ ਈਜ਼ੀਲੀ ਆਨਸਰ ਕਰ ਪਾਓਗੇ। ਹੁਣ ਆਪਾਂ ਪੜ੍ਹ ਵੀ ਲੈਂਦੇ ਹਾਂ। ਡੈਜ਼ਰਟ ਏਰੀਆ ਆਫ ਦਾ ਰਾਜਸਥਾਨ ਹੈਵ ਦਾ ਹਾਈਐਸਟ ਡੇਲੀ ਰੇਂਜ ਆਫ ਦਾ ਟੈਂਪਰੇਚਰ। ਡੇਲੀ ਟੈਂਪਰੇਚਰ ਵੇਰੀਏਸ਼ਨ ਇਜ਼ ਵਨ ਆਫ ਦਾ ਮੇਨ ਫੀਚਰ ਆਫ ਦਾ ਡੈਜ਼ਰਟ ਕਲਾਈਮੇਟ। ਡੈਜ਼ਰਟ ਇਜ਼ ਹੌਟ ਡਿਊਰਿੰਗ ਦਾ ਡੇ ਬਟ ਕੋਲਡ ਡਿਊਰਿੰਗ ਦਾ ਨਾਈਟ। ਜਿਵੇਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਵੀ ਡੈਜ਼ਰਟ ਏਰੀਆ ਦੇ ਵਿੱਚ ਇਹ ਜਿਹੜਾ ਫਿਨੋਮੀਨਾ ਹੈ ਬਹੁਤ ਜ਼ਿਆਦਾ ਵੇਖਣ ਨੂੰ ਪਾਇਆ ਜਾ ਸਕਦਾ ਹੈ। ਸੋ ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਸੋ ਦ ਸਟੇਟ ਵਿਚ ਰਿਸੀਵਸ ਦਾ ਮੈਕਸਿਮਮ ਰੇਨਫਾਲ ਡਿਊ ਟੂ ਦ ਨਾਰਥ ਈਸਟ ਮੌਨਸੂਨ। ਜਦੋਂ ਨਾਰਥ ਈਸਟ ਮੌਨਸੂਨ ਆਉਂਦੀ ਹੈ ਜਾਂ ਰੀਟਰੀਟ ਮੌਨਸੂਨ ਆਉਂਦੀ ਹੈ ਸਭ ਤੋਂ ਜ਼ਿਆਦਾ ਜਿਹੜੀ ਸਟੇਟ ਹੈਗੀ ਹੈ ਜਿਹਨੂੰ ਰੇਨਫਾਲ ਰਿਸੀਵ ਹੁੰਦੀ ਹੈ 4 ਆਪਸ਼ਨ ਦਿੱਤੇ ਹੋਏ ਹੈ, ਅਸਾਮ, ਵੈਸਟ ਬੰਗਾਲ, ਤਾਮਿਲਨਾਡੂ ਤੇ ਉੜੀਸਾ। ਸੋ ਜਿਹੜਾ ਆਪਣਾ ਆਨਸਰ ਹੋ ਜਾਊਗਾ ਤਾਮਿਲਨਾਡੂ। ਰੀਟਰੀਟ ਮੌਨਸੂਨ ਕੀ ਹੁੰਦੀ ਹੈ? ਜਦੋਂ ਆਪਣੇ ਮੌਨਸੂਨ ਖਤਮ ਹੋ ਜਾਂਦੀ ਹੈ ਤਾਂ ਕਿਹੜੀ ਸਟੇਟ ਇਹ ਜਿਹੀ ਹੈਗੀ ਹੈ ਉੱਥੇ ਮੌਨਸੂਨ ਆਉਂਦੀ ਹੈ। ਜਿਵੇਂ ਕਿ ਆਪਾਂ ਵੇਖ ਸਕਦੇ ਹੁੰਦੇ ਹਾਂ ਅਗਸਤ ਸਤੰਬਰ ਦੇ ਵਿੱਚ ਆਪਣੀ ਮੌਨਸੂਨ ਖਤਮ ਹੋ ਜਾਂਦੀ ਹੈ। ਇੰਡੀਆ ਦੇ ਵਿੱਚ ਇੱਕ ਹੀ ਅਜਿਹੀ ਸਟੇਟ ਹੈਗੀ ਹੈ ਜਿੱਥੇ ਮੌਨਸੂਨ ਉਸ ਟਾਈਮ 'ਤੇ ਆਉਂਦੀ ਹੁੰਦੀ ਹੈ, ਉਹਨੂੰ ਕਿਹਾ ਜਾਂਦਾ ਨਾਰਥ ਈਸਟ ਮੌਨਸੂਨ ਜਾਂ ਰੀਟਰੀਟ ਮੌਨਸੂਨ। ਇਹ ਕਿਹੜੀ ਸਟੇਟ ਦੇ ਵਿੱਚ ਪਾਈ ਜਾਂਦੀ ਹੈ? ਤਾਮਿਲਨਾਡੂ ਦੇ ਵਿੱਚ।
ਜਦੋਂ ਆਪਣੇ ਮੌਨਸੂਨ ਆਉਂਦੀ ਹੈ ਤਾਂ ਤਾਮਿਲਨਾਡੂ ਸਟੇਟ ਦੇ ਵਿੱਚ ਮੌਨਸੂਨ ਉਦੋਂ ਨਹੀਂ ਆਉਂਦੀ। ਜਦੋਂ ਆਪਣੇ ਮੌਨਸੂਨ ਜਾਂਦੀ ਹੈ ਉਸ ਟਾਈਮ ਤੇ ਮੌਨਸੂਨ ਤਾਮਿਲਨਾਡੂ ਸਟੇਟ ਦੇ ਵਿੱਚ ਆਉਂਦੀ ਹੈ, ਉਸ ਨੂੰ ਕਿਹਾ ਜਾਂਦਾ ਹੈ ਰੀਟਰੀਟ ਮੌਨਸੂਨ ਜਾਂ ਨਾਰਥ ਈਸਟਰਨ ਮੌਨਸੂਨ। ਸੋ ਆਪਾਂ ਪੜ੍ਹ ਵੀ ਲੈਂਦੇ ਇਹਨੂੰ ਥੋੜ੍ਹਾ ਜਿਹਾ। ਤਾਮਿਲਨਾਡੂ ਲੋਕੇਟਿਡ ਇਨ ਦ ਸਾਊਥ ਈਸਟਰਨ ਪੈਨੀਸੂਲਰ ਆਫ ਇੰਡੀਆ receive the major part of in its annual rainfall during the northeast monsoon season. Tamil Nadu receive about 50 to 60% of its annual rainfall during the northeast monsoon. ਜਿਵੇਂ ਮੈਂ ਤੁਹਾਨੂੰ ਆਲਰੇਡੀ ਸਮਝਾ ਚੁੱਕਿਆ ਵੀ ਜਿਹੜਾ ਤਾਮਿਲਨਾਡੂ ਵਾਸਤੇ ਮੌਨਸੂਨ ਹੁੰਦਾ ਉਦੋਂ ਹੁੰਦਾ ਜਦੋਂ ਆਪਣੇ ਮੌਨਸੂਨ ਖਤਮ ਹੋ ਜਾਂਦਾ ਹੁੰਦਾ, ਸੋ ਉਹਨੂੰ ਕਹਿੰਦੇ ਆ ਨਾਰਥ ਈਸਟਰਨ ਮੌਨਸੂਨ। ਆਪਣੇ ਕਿਹੜੀ ਮੌਨਸੂਨ ਆਉਂਦੀ ਹੁੰਦੀ ਹੈ? ਆਪਣੇ ਆਉਂਦੀ ਹੈ ਸਾਊਥ ਵੈਸਟ ਮੌਨਸੂਨ। ਇਹ ਆਪਾਂ ਗੱਲਾਂ ਯਾਦ ਰੱਖਣੀਆਂ। ਆਪਣੇ ਕਿਹੜੀ ਮੌਨਸੂਨ ਆਉਂਦੀ ਹੁੰਦੀ ਹੈ? ਸਾਊਥ ਵੈਸਟ ਮੌਨਸੂਨ। ਤਾਮਿਲਨਾਡੂ ਦੇ ਵਿੱਚ ਕਿਹੜੀ ਮੌਨਸੂਨ ਹੈਗੀ ਹੈ? ਨਾਰਥ ਈਸਟ ਮੌਨਸੂਨ। ਨਾਰਥ ਈਸਟ ਕਹਿ ਸਕਦੇ ਆ ਜਾਂ ਇਹਨੂੰ ਰੀਟਰੀਟ ਮੌਨਸੂਨ ਵੀ ਕਿਹਾ ਜਾ ਸਕਦਾ ਹੁੰਦਾ ਹੈ। ਰੀਟਰੀਟ ਦਾ ਮਤਲਬ ਇਹ ਹੁੰਦਾ ਹੈ ਜਦੋਂ ਵਾਪਸ ਜਾ ਰਹੀ ਹੁੰਦੀ ਹੈ ਮੌਨਸੂਨ। ਸੋ ਇਹ ਸਾਰੀਆਂ ਗੱਲਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ। ਨਾਰਥ ਈਸਟ ਮੌਨਸੂਨ ਕਿਹੜੇ ਸਟੇਟ ਨੂੰ ਇੰਪੈਕਟ ਕਰਦੀ ਹੈ? ਤਾਮਿਲਨਾਡੂ ਨੂੰ ਇੰਪੈਕਟ ਕਰਦੀ ਹੈ। ਜਿਹੜੀ ਆਪਣੇ ਮੌਨਸੂਨ ਆਉਂਦੀ ਹੈ ਪੰਜਾਬ ਦੇ ਵਿੱਚ ਜਾਂ ਕਹਿ ਸਕਦੇ ਆਲ ਓਵਰ ਇੰਡੀਆ ਦੇ ਵਿੱਚ ਜਿਹੜੀ ਕਿਹੜੀ ਮੌਨਸੂਨ ਆਉਂਦੀ ਹੈ? ਸਾਊਥ ਵੈਸਟ ਮੌਨਸੂਨ। ਸੋ ਬਹੁਤ ਹੀ ਇੰਪੋਰਟੈਂਟ ਕੰਸੈਪਟ ਹੈਗਾ। ਸੋ ਇਹ ਸੀਗਾ ਆਪਣਾ ਅੱਜ ਦਾ ਲੈਕਚਰ, ਐਕਸਪੈਕਟਿਡ ਕੁਐਸਚਨ ਆਫ ਦਾ ਜੀਓਗ੍ਰਾਫੀ ਫॉर PCS 2020 ਜਾਂ ਹੋਰ ਜਿਹੜੇ ਆਪਣੇ ਸਟੇਟ ਦੇ ਐਗਜ਼ਾਮ ਹੈਗੇ ਉਹਨਾਂ ਲਈ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਥੈਂਕ ਯੂ ਸੋ ਮਚ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਵੀਡੀਓ ਕਿਵੇਂ ਲੱਗ ਰਹੀ ਹੈ ਤੁਹਾਨੂੰ। ਸੋ ਥੈਂਕ ਯੂ ਸੋ ਮਚ।